हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਤਾਂ ਇਸ ਕਲਾਸ ਦੇ ਵਿੱਚ ਅੱਜ ਅਸੀਂ ਨੌਮ ਚੋਮਸਕੀ ਦੇ ਬਾਰੇ ਸਮਝਾਂਗੇ ਕਿ ਲੈਂਗੁਏਜ ਡਿਵੈਲਪਮੈਂਟ ਜਾਂ ਕਹਿ ਲਓ ਲੈਂਗੁਏਜ ਐਕੁਜੀਸ਼ਨ ਦੇ ਬਾਰੇ ਨੌਮ ਚੋਮਸਕੀ ਦੇ ਕੀ ਵਿਚਾਰ ਨੇ, ਇਹਨਾਂ ਨੂੰ ਆਪਾਂ ਸਮਝਾਂਗੇ। ਇਹ ਛੋਟੀ ਜਿਹੀ ਵੀਡੀਓ ਹੋਏਗੀ ਪਰ ਤੁਹਾਡੇ ਨੰਬਰ ਪੱਕੇ ਜ਼ਰੂਰ ਕਰਾ ਦੇਗੀ, ਕਿਉਂਕਿ ਇਸ ਦੇ ਵਿੱਚ ਕੁਝ ਫਿਕਸ ਚੀਜ਼ਾਂ ਨੇ, ਤੁਸੀਂ ਉਹਨਾਂ ਨੂੰ ਸਮਝ ਲਿਆ ਤਾਂ ਤੁਹਾਡੇ ਨੰਬਰ ਪੱਕੇ ਨੇ। ਹਾਂਜੀ ਦੇਖੋ, ਸਟਾਰਟ ਕਰਦੇ ਹਾਂ ਆਪਾਂ। ਨੌਮ ਚੋਮਸਕੀ ਚੋਮਸਕੀ ਦਾ ਅਹਿਮ ਯੋਗਦਾਨ ਹੈ ਭਾਸ਼ਾ ਦੇ ਬਾਰੇ ਵਿਚਾਰ ਨੇ ਜਿਹੜੇ ਉਸ 'ਤੇ ਵੱਡੀ ਮਹੱਤਤਾ ਰੱਖਦੇ ਨੇ, ਤਾਂ ਇਸ ਕਰਕੇ ਇਸ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਜੋ ਨੌਮ ਚੋਮਸਕੀ ਸੀ, ਇਸ ਨੇ ਲੈਂਗੁਏਜ ਐਕੁਜੀਸ਼ਨ ਦੇ ਨਾਲ ਸੰਬੰਧਿਤ ਕੁਝ ਥਿਊਰੀਜ਼ ਕਹਿ ਲਓ, ਕੁਝ ਇਸ ਨੇ ਪੁਆਇੰਟ ਆਫ ਵਿਊ ਸਾਂਝੇ ਕੀਤੇ ਸੀ, ਇਹਨਾਂ ਨੂੰ ਆਪਾਂ ਨੇ ਸਮਝਣਾ ਹੈਗਾ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਰਾਸਤੀ ਜਾਂ ਜਮਾਂਦਰੂ ਯੋਗਤਾ, ਯਾਨੀ ਕਿ ਇਨੇਟ ਐਬਿਲਿਟੀ ਦੀ ਗੱਲ ਕਰਦਾ। ਇਹ ਕੀ ਆਖਦਾ ਹੈ? ਕਹਿੰਦਾ ਜਿਹੜਾ ਬੱਚੇ ਦੇ ਵਿੱਚ ਜੋ ਭਾਸ਼ਾ ਹੈ, ਠੀਕ ਹੈ ਜੀ, ਬੱਚਾ ਭਾਸ਼ਾ ਨੂੰ ਗ੍ਰਹਿਣ ਕਰਦਾ ਹੈ ਅਤੇ ਉਹ ਜਿਹੜੀ ਮਤਲਬ ਗ੍ਰਹਿਣ ਕਰਦਾ ਹੈ ਅਤੇ ਉਸ ਦੇ ਅੰਦਰ ਕੁਝ ਯੋਗਤਾਵਾਂ ਪਹਿਲਾਂ ਤੋਂ ਵੀ ਹੈਗੀਆਂ ਸੀ ਜੋ ਉਸ ਨੂੰ ਵਿਰਾਸਤ ਦੇ ਵਿੱਚੋਂ ਮਿਲੀਆਂ ਸੀ। ਇਸ ਕਰਕੇ ਤੁਹਾਨੂੰ ਇੱਕ ਵਰਡ ਯਾਦ ਕਰਨਾ ਪਏਗਾ, ਇਨੇਟ ਐਬਿਲਿਟੀ ਜਾਂ ਜਮਾਂਦਰੂ ਯੋਗਤਾ ਕਹਿ ਸਕਦੇ ਹਾਂ, ਵਿਰਾਸਤੀ ਯੋਗਤਾ ਕਹਿ ਸਕਦੇ ਹਾਂ, ਠੀਕ ਹੈ। ਤਾਂ ਭਾਸ਼ਾ ਗ੍ਰਹਿਣਸ਼ੀਲਤਾ ਮਨੁੱਖੀ ਦਿਮਾਗ ਦੀ ਜਮਾਂਦਰੂ ਸੰਰਚਨਾ ਹੈ। ਇਹ ਆਖਦੇ ਵੀ ਜਨਮ ਤੋਂ ਹੀ ਇਹ ਯੋਗਤਾ, ਇਹ ਸੰਰਚਨਾ ਜਿਹੜੀ ਬੱਚੇ ਦੇ ਵਿੱਚ ਆ ਗਈ। ਉਸ ਦਾ ਵਿਚਾਰ ਹੈ ਕਿ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੀ ਯੋਗਤਾ ਵਿਰਸੇ ਦੇ ਰੂਪ ਵਿੱਚ ਜਨਮ ਤੋਂ ਹੀ ਪ੍ਰਾਪਤ ਕਰਕੇ ਆਉਂਦੇ ਨੇ। ਜੋ ਬੱਚੇ ਨੇ ਉਹ ਭਾਸ਼ਾ ਜੋ ਉਹਨਾਂ ਨੇ ਸਿੱਖਣੀ ਹੈ ਉਹ ਵਿਰਸੇ ਦੇ ਰੂਪ ਵਿੱਚ, ਹੈ ਨਾ, ਕਹਿ ਲਓ ਵੀ ਅਨੁਵੰਸ਼ਿਕ ਤੌਰ 'ਤੇ ਹੀ ਉਹਨਾਂ ਨੂੰ ਮਿਲ ਗਈ, ਠੀਕ ਹੈ। ਜਨਮ ਤੋਂ ਹੀ ਉਹ ਪ੍ਰਾਪਤ ਕਰਕੇ ਇਸ ਯੋਗਤਾ ਨੂੰ ਆਉਂਦੇ ਨੇ। ਇਸ ਤਰੀਕੇ ਨਾਲ ਇਹ ਭਾਸ਼ਾ ਨੂੰ ਜਮਾਂਦਰੂ ਯੋਗਤਾ ਜਾਂ ਵਿਰਾਸਤੀ ਯੋਗਤਾ ਆਖਦਾ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਾਅਦ ਇਸ ਨੇ ਦੂਸਰਾ ਇੱਕ ਗੱਲ ਸਾਂਝੀ ਕੀਤੀ ਹੈ। ਇਹ ਗੱਲ ਕਰਦਾ ਹੈ ਭਾਸ਼ਾ ਗ੍ਰਹਿਣ ਉਪਕਰਨ ਦੀ, ਯਾਨੀ ਕਿ ਲੈਂਗੁਏਜ ਐਕੁਜੀਸ਼ਨ ਡਿਵਾਈਸ, LAD ਇਸ ਦੀ ਸ਼ਾਰਟ ਫਾਰਮ ਹੈਗੀ LAD ਬਾਰੇ ਸਵਾਲ ਪੱਕਾ ਹੀ ਬਣਦਾ ਹੈ। ਇੰਗਲਿਸ਼ ਪੈਡਾਗੋਜੀ ਹੋਵੇ, ਪੰਜਾਬੀ ਪੈਡਾਗੋਜੀ ਹੋਵੇ, ਹਿੰਦੀ ਪੈਡਾਗੋਜੀ ਹੋਵੇ, ਤਾਂ ਸਾਰੀਆਂ ਭਾਸ਼ਾਵਾਂ ਵਾਲਿਆਂ ਦਾ ਇਹ ਫੇਵਰੇਟ ਕੁਐਸਚਨ ਹੈਗਾ, ਠੀਕ ਹੈ ਜੀ। ਤੁਸੀਂ ਅਲੱਗ-ਅਲੱਗ ਪੈਡਾਗੋਜੀ ਦੇ ਵਿੱਚ ਦੇਖ ਸਕਦੇ ਹੋ ਇਸ ਨੂੰ, ਠੀਕ ਹੈ। ਇਹ ਕੁਐਸਚਨ ਆਉਂਦਾ ਹੀ ਹੈ। ਤਾਂ ਦੇਖੋ, ਪਹਿਲਾਂ ਤਾਂ ਇਸ ਦੀ ਫੁੱਲ ਫਾਰਮ ਹੀ ਪੁੱਛ ਲੈਂਦੇ ਨੇ, ਠੀਕ ਹੈ। LAD ਦੀ ਫੁੱਲ ਫਾਰਮ ਕੀ ਹੈ? ਲੈਂਗੁਏਜ ਐਕੁਜੀਸ਼ਨ ਡਿਵਾਈਸ। ਪੰਜਾਬੀ 'ਚ ਆਪਾਂ ਕੀ ਕਹਿ ਸਕਦੇ ਹਾਂ? ਭਾਸ਼ਾ ਗ੍ਰਹਿਣ ਉਪਕਰਨ, ਠੀਕ ਹੈ। ਇਸ ਤਰੀਕੇ ਨਾਲ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਚੋਮਸਕੀ ਭਾਸ਼ਾ ਗ੍ਰਹਿਣ ਉਪਕਰਨ ਦੀ ਗੱਲ ਕਰਦਾ ਹੈ, ਯਾਨੀ ਕਿ LAD ਦੀ ਗੱਲ ਕਰਦਾ ਹੈ, ਜੋ ਬੱਚੇ ਦੇ ਦਿਮਾਗ ਵਿੱਚ ਭਾਸ਼ਾ ਦੇ ਪ੍ਰਮੁੱਖ ਸਿਧਾਂਤਾਂ ਅਤੇ ਵਿਆਕਰਨਿਕ ਸੰਰਚਨਾ ਨੂੰ ਇਨਕੋਡ ਕਰਦਾ ਹੈ। ਮਤਲਬ ਕਿ ਇਹ ਇੱਕ ਅਜਿਹੀ ਯੰਤਰ, ਉਹ ਯੰਤਰ ਵੈਸੇ ਨਹੀਂ ਹੈਗਾ ਵੀ ਆਪਾਂ ਆਪਰੇਸ਼ਨ ਕਰਕੇ ਦਿਮਾਗ ਦਾ, ਆਪਣੀ ਖੋਪੜੀ ਦਾ ਆਪਰੇਸ਼ਨ ਕਰਕੇ ਉਹ ਯੰਤਰ ਕੱਢ ਲਾਂਗੇ, ਵੈਸੇ ਕੋਈ ਯੰਤਰ ਫਿੱਟ ਨਹੀਂ ਹੈਗਾ। ਜੋ ਉਹ ਉਪਕਰਨ ਦੀ ਗੱਲ ਕਰਦਾ, ਜੋ ਡਿਵਾਈਸ ਦੀ ਗੱਲ ਕਰਦਾ, ਉਹ ਇੱਕ ਕੀ ਹੈ? ਮਨੋਕਲਪਿਤ ਹੈ। ਮਤਲਬ ਕਿ ਉਸਦੀ ਸਿਰਫ ਇਸਨੇ ਕਲਪਨਾ ਕੀਤੀ ਹੈ, ਸੋਚਿਆ ਉਸ ਬਾਰੇ, ਠੀਕ ਹੈ। ਉਸ ਨੂੰ ਇਮੈਜੀਨੇਸ਼ਨ ਦੇ ਵਿੱਚ ਲੈ ਕੇ ਆਉਂਦਾ ਹੈ, ਠੀਕ ਹੈ, ਉਸਦੀ ਕਲਪਨਾ ਕੀਤੀ ਹੈ। ਤਾਂ ਇਹ ਕੀ ਇੱਕ ਮਨੋਕਲਪਿਤ ਉਪਕਰਨ ਹੈ ਜਿਸ ਦਾ ਸੰਬੰਧ ਦਿਮਾਗ ਦੇ ਖੱਬੇ ਹੈਮੀਸਫੀਅਰ ਨਾਲ ਦੱਸਿਆ ਗਿਆ ਹੈ। ਤਾਂ ਇਹ ਗੱਲ ਹੋ ਗਈ। ਅਤੇ ਜਿਹੜਾ ਇਹ ਯੰਤਰ ਹੈ ਕੀ ਕਰਦਾ? ਇਹ ਭਾਸ਼ਾ ਦੇ ਜਿਹੜੇ ਸਿਧਾਂਤ ਨੇ, ਵਿਆਕਰਨਿਕ ਸੰਰਚਨਾ ਹੈ, ਉਸ ਨੂੰ ਇਨਕੋਡ ਕਰਦਾ ਹੈ, ਠੀਕ ਹੈ। ਅਤੇ ਇਸ ਨੂੰ ਆਪਾਂ ਸਿੰਪਲੀ ਇੱਦਾਂ ਸਮਝੋ ਵੀ ਫੋਰ ਐਗਜ਼ਾਮਪਲ ਇਹ ਆਪਣਾ ਮਾਈਂਡ ਹੈ ਨਾ, ਆਪਣਾ ਦਿਮਾਗ ਹੈ। ਦਿਮਾਗ ਦਾ ਜਿਹੜਾ ਆਪਣੇ ਕੋਲ ਖੱਬਾ ਹੈਮੀਸਫੀਅਰ ਹੈ, ਠੀਕ ਹੈ, ਇਹਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਲਿਆ। ਤਾਂ ਇਸ ਦਾ ਜਿਹੜਾ ਖੱਬਾ ਸੀ, ਠੀਕ ਹੈ, ਇਹ ਲੈਫਟ ਸੀ, ਇਹ ਰਾਈਟ ਹੈ। ਤਾਂ ਖੱਬੇ ਪਾਸੇ ਇਸ ਨੂੰ ਦੱਸਿਆ ਗਿਆ, ਇਸ ਦੀ ਕਲਪਨਾ ਜਿਹੜੀ ਉਹ ਕੀਤੀ ਗਈ ਵੀ ਖੱਬੇ ਪਾਸੇ ਹੈ। ਵੈਸੇ ਜਿਹੜੇ ਭਾਸ਼ਾ ਵਿਗਿਆਨੀ ਨੇ ਉਹ ਵੀ ਭਾਸ਼ਾ ਦਾ ਸੰਬੰਧ ਕਿਸ ਪਾਸੇ ਨਾਲ ਮੰਨਦੇ ਨੇ? ਖੱਬੇ ਹੈਮੀਸਫੀਅਰ ਦੇ ਨਾਲ। ਤਾਂ ਇਸ ਕਰਕੇ ਕੁਝ ਭਾਸ਼ਾ ਵਿਗਿਆਨੀ ਨੇ ਇਸ ਨੂੰ ਮੰਨਿਆ ਵੀ ਹਾਂ ਸਹੀ ਹੀ ਕਰਦਾ ਇਹ ਗੱਲ, ਪਰ ਕੁਝ ਨੇ ਇਸ ਦੀ ਆਲੋਚਨਾ ਵੀ ਕੀਤੀ ਹੈ, ਠੀਕ ਹੈ। ਉਹ ਤਾਂ ਅਲੱਗ-ਅਲੱਗ ਹਰੇਕ ਚੀਜ਼ ਨਾਲ ਆਲੋਚਨਾਵਾਂ ਜੁੜੀਆਂ ਹੀ ਹੁੰਦੀਆਂ ਨੇ, ਠੀਕ ਹੈ। ਬਸ LAD ਬਾਰੇ ਸਮਝ ਲਓ ਵੀ ਇਹ ਇੱਕ ਅਜਿਹਾ ਯੰਤਰ ਹੈ ਜੋ ਭਾਸ਼ਾ ਦੇ ਸਿਧਾਂਤਾਂ ਅਤੇ ਵਿਆਕਰਨਿਕ ਸੰਰਚਨਾ ਨੂੰ ਇਨਕੋਡ ਕਰਦਾ ਹੈ, ਠੀਕ ਹੈ, ਮਨੋਕਲਪਨਿਤ ਹੈ ਅਤੇ ਖੱਬੇ ਹੈਮੀਸਫੀਅਰ ਨਾਲ ਇਸ ਦਾ ਸੰਬੰਧ ਹੈ। ਇਸ ਤੋਂ ਬਾਅਦ ਇਹ ਇੱਕ ਟਰਮ ਦਿੰਦਾ ਹੈਗਾ ਨੇਟਿਵ ਲੈਂਗੁਏਜ, ਯਾਨੀ ਕਿ ਜੱਦੀ ਭਾਸ਼ਾ। ਬੱਚੇ ਵਿਆਕਰਨ ਗ੍ਰਹਿਣ ਕਰਨ ਲਈ ਹਾਰਡਵਾਇਰਡ ਦਿਸਦੇ ਹਨ। ਇਹ ਇੱਦਾਂ ਹੀ ਕੀਵਰਡ ਇਹਨੂੰ ਯਾਦ ਰੱਖੋਗੇ, ਠੀਕ ਹੈ। ਹਰੇਕ ਭਾਸ਼ਾ ਜਿਹੜੀ ਉਹ ਅੱਤ ਦਰਜੇ ਦੀ ਜਟਿਲ ਹੁੰਦੀ ਹੈ, ਮਤਲਬ ਕਿ ਉਸ ਦੇ ਵਿੱਚ ਕਹਿ ਸਕਦੇ ਵੀ ਗੁੰਝਲਦਾਰ ਹੁੰਦੀ ਹੈ ਨਾ। ਤਾਂ ਗੁੰਝਲਦਾਰ ਹੁੰਦੀ ਹੈ, ਉਹ ਕੰਪਲੈਕਸ ਹੁੰਦੀ ਹੈ, ਜਿਸ ਵਿੱਚ ਸੂਖਮ ਵਿਲੱਖਣਤਾਵਾਂ ਹੁੰਦੀਆਂ ਨੇ, ਕੁਝ ਯੂਨੀਕਨੈਸਿਸ ਹੁੰਦੀਆਂ ਨੇ, ਹੈ ਨਾ। ਤਾਂ ਬੱਚੇ ਫਿਰ ਵੀ ਕੁਝ ਸਾਲਾਂ ਦੇ ਅੰਦਰ ਅੰਦਰ 5-6 ਸਾਲਾਂ 'ਚ ਉਹ ਮਤਲਬ ਆਪਣੀ ਮਾਤ ਭਾਸ਼ਾ ਨੂੰ ਵਧੀਆ ਤਰੀਕੇ ਨਾਲ ਸਿੱਖ ਜਾਂਦੇ ਨੇ, ਹੈ ਨਾ, ਕਿਉਂਕਿ ਉਹ ਹੁਣ ਜੱਦੀ ਭਾਸ਼ਾ ਹੈ। ਤਾਂ ਜੱਦੀ ਭਾਸ਼ਾ ਦੇ ਵਿੱਚ ਉਹ ਪ੍ਰਵਾਹ, ਯਾਨੀ ਕਿ ਕਹਿ ਸਕਦੇ ਹਾਂ ਪ੍ਰਵਾਹ ਅਤੇ
ਪ੍ਰਵਾਨੀ ਯਾਨੀ ਕਿ ਫਲੂਐਂਸੀ ਕਹਿ ਸਕਦੇ ਹਾਂ ਆਪਾਂ, ਹੈ ਨਾ, ਵੀ ਫਲੂਐਂਸੀ ਕ੍ਰੀਏਟ ਕਰ ਲੈਂਦੇ ਨੇ ਬੱਚੇ। ਹੋ ਸਕਦਾ ਉਹਨਾਂ ਨੂੰ ਕੁਐਸਚਨ ਨਾਲੇ ਉਸ ਦੇ ਲਈ ਕੋਈ ਕਹਿ ਸਕਦੇ ਆਪਾਂ ਨਹੀਂ ਚੇਤਨ ਰੂਪ ਵਿੱਚ ਹੋ ਸਕਦਾ ਸੁਚਾਰੂ ਢੰਗ ਨਾਲ ਉਹ ਭਾਸ਼ਾ ਨਾ ਸਿੱਖੀ ਹੋਵੇ, ਜਸਟ ਉਹਨਾਂ ਨੇ ਕੀ ਕੀਤੀ ਹੈ, ਗ੍ਰਹਿਣ ਕੀਤੀ ਹੈ ਜੱਦੀ ਭਾਸ਼ਾ। ਤਾਂ ਜੱਦੀ ਭਾਸ਼ਾ ਨੂੰ ਉਹ ਵਧੀਆ ਤਰੀਕੇ ਨਾਲ ਪ੍ਰਾਪਤ ਕਰ ਲੈਂਦੇ ਨੇ। ਇਸ ਚੀਜ਼ ਦੀ ਗੱਲ ਵੀ, ਇਸ ਚੀਜ਼ ਦੀ ਹਮਾਇਤ ਵੀ ਨੌਮ ਚੋਮਸਕੀ ਨੇ ਕੀਤੀ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਜੀ ਕਿ ਸਰਬ ਵਿਆਪਕ ਵਿਆਕਰਨ ਦੀ ਗੱਲ ਕਰਦਾ ਇਹ, ਜਿਹਨੂੰ ਆਪਾਂ ਯੂ ਜੀ ਯਾਨੀ ਕਿ ਯੂਨੀਵਰਸਲ ਗ੍ਰਾਮਰ ਕਹਾਂਗੇ। ਤਾਂ ਜਨਮ ਤੋਂ ਹੀ ਇਹ ਕੀ ਆਖਦਾ, ਜਨਮ ਤੋਂ ਹੀ ਬੱਚੇ ਵਿੱਚ ਕੁਝ ਯੋਗਤਾ ਯਾਨੀ ਕਿ ਇਨੇਟ ਐਬਿਲਿਟੀ, ਉਹੀ ਗੱਲ ਆ ਗਈ ਹੈ ਨਾ, ਦੇ ਆਧਾਰ 'ਤੇ ਉਹ ਭਾਸ਼ਾ ਦਾ ਵਿਕਾਸ ਕਰਦਾ ਹੈ। ਉਹ ਕੀ ਆਖਦਾ, ਕਹਿੰਦਾ ਵੀ ਉਸ ਦੇ ਵਿੱਚ ਜਿਹੜੇ ਜਨਮ ਤੋਂ ਕੁਝ ਇਨੇਟ ਐਬਿਲਿਟੀਜ਼ ਸਨ, ਉਸ ਦੇ ਬੇਸ 'ਤੇ ਉਸਨੇ ਕੁਝ ਵਿਆਕਰਨ ਦੇ ਸਿਧਾਂਤਾਂ ਨੂੰ ਘੜ ਲਿਆ, ਨਿਯਮਾਂ ਨੂੰ ਬਣਾ ਲਿਆ, ਹੈ ਨਾ। ਤਾਂ ਇਹ ਸਭ ਕੀ ਹੈ, ਜਿਸ ਨੂੰ ਉਹ ਕੀ ਆਖਦਾ, ਯੂ ਜੀ ਯਾਨੀ ਕਿ ਯੂਨੀਵਰਸਲ ਗ੍ਰਾਮਰ ਆਖਦਾ ਹੈ। ਇਹ ਸਿਧਾਂਤ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਠੀਕ ਹੈ ਜੀ। ਅਤੇ ਇੱਕ ਇੱਥੇ ਯੂਨੀਵਰਸਲ ਦਾ ਮਤਲਬ ਇਹ ਵੀ ਮੀਨਿੰਗ ਲੈ ਸਕਦੇ ਆਪਾਂ ਵੀ ਇਹ ਜਿਹੜੇ ਇਸ 'ਤੇ ਰੂਲ ਇਹਨੇ ਦੱਸੇ ਨਾ, ਇਹ ਸਾਰੀਆਂ ਭਾਸ਼ਾਵਾਂ ਦੇ ਉੱਤੇ ਹੀ ਢੁਕਣਗੇ। ਪੰਜਾਬੀ ਬੱਚਾ ਹੈ ਉਸ ਦੇ ਉੱਤੇ ਵੀ ਢੁਕਣਗੇ। ਫੋਰ ਐਗਜ਼ਾਮਪਲ ਵੀ ਪੰਜਾਬ ਦਾ ਹੈ ਨਾ, ਪੰਜਾਬ ਦਾ ਐਗਜ਼ਾਮਪਲ ਹੈ, ਹੋ ਸਕਦਾ ਉਹ ਫੋਰਨ ਕੰਟਰੀ ਦਾ, ਕਿਸੇ ਅਦਰ ਕੰਟਰੀ ਦਾ, ਵੀ ਸਾਰੀਆਂ ਭਾਸ਼ਾਵਾਂ ਦੇ ਬੱਚਿਆਂ ਉੱਤੇ, ਸਾਰੀਆਂ ਉੱਤੇ ਇਹ ਰੂਲ ਨੇ ਜਿਹੜੇ ਉਹ ਢੁਕਣਗੇ। ਠੀਕ ਹੈ, ਅਤੇ ਇਹ ਸਾਰਿਆਂ ਦੇ ਲਈ ਹੀ ਸੱਚ ਇਹ ਗੱਲ। ਇਸ ਤੋਂ ਬਾਅਦ ਇੱਕ ਟਰਮ ਦਿੰਦਾ ਇਹ ਜਨਰੇਟਿਵ ਵਿਆਕਰਨ ਸਿਧਾਂਤ। ਜਿਹੜਾ ਜਨਰੇਟਿਵ ਗ੍ਰਾਮਰ ਥਿਊਰੀ ਹੈ, ਇਸ ਦੇ ਵਿੱਚ ਕੀ ਆਖਦਾ ਹੈ, ਕਹਿੰਦਾ ਬੱਚੇ ਕੋਲ ਜੋ ਸ਼ਬਦ ਨੇ, ਠੀਕ ਹੈ, ਉਹਨਾਂ ਦੇ ਆਧਾਰ 'ਤੇ ਉਹ ਕੁਝ ਨਵੇਂ ਵਾਕਾਂ ਨੂੰ ਘੜ ਲਊਗਾ, ਨਵੇਂ ਵਾਕਾਂ ਦਾ ਨਿਰਮਾਣ ਕਰ ਲਊਗਾ, ਨਵੇਂ ਵਾਕਾਂ ਨੂੰ ਜਨਰੇਟ ਕਰ ਲਏਗਾ। ਠੀਕ ਹੈ, ਇਸ ਚੀਜ਼ ਦੀ ਗੱਲ ਕਰਦਾ ਹੈ। ਚੋਮਸਕੀ ਦਾ ਵਿਚਾਰ ਹੈ ਕਿ ਬੱਚੇ ਰਸਮੀ ਵਿਆਕਰਨ ਦੁਆਰਾ ਨਿਰਦੇਸ਼ਿਤ ਨਹੀਂ ਹੁੰਦੇ, ਸਗੋਂ ਉਹ ਗੈਰ ਰਸਮੀ ਵਿਆਕਰਨ ਦੇ ਨਿਯਮਾਂ ਦੁਆਰਾ ਸ਼ਬਦਾਂ ਨੂੰ ਉਹਨਾਂ ਦੇ ਅਰਥ ਨਾਲ ਸੰਬੰਧਿਤ ਕਰ ਦਿੰਦੇ ਨੇ, ਗੈਰ ਰਸਮੀ ਤੌਰ 'ਤੇ। ਠੀਕ ਹੈ, ਤਾਂ ਉਹ ਨਿਯਮ ਨੇ ਜਿਹੜੇ ਵਿਆਕਰਨ ਦੇ, ਉਹਨਾਂ ਨੂੰ ਸ਼ਬਦਾਂ ਨਾਲ, ਵਸਤੂਆਂ ਨਾਲ ਕੀ ਕਰ ਲਿਆ, ਉਹਨੂੰ ਸੰਬੰਧਿਤ ਕਰ ਲਿਆ। ਅਜਿਹਾ ਕਰਕੇ ਬੱਚੇ ਜਿਨ੍ਹਾਂ ਨਿਯਮਾਂ ਦਾ ਅਨੁਸਰਨ ਕਰਦੇ ਹਨ, ਚੋਮਸਕੀ ਨੇ ਉਹਨਾਂ ਨਿਯਮਾਂ ਨੂੰ ਕੀ ਆਖਿਆਗਾ, ਜਨਰੇਟਿਵ ਵਿਆਕਰਨ ਆਖਿਆ। ਠੀਕ ਹੈ, ਉਸ ਨੂੰ ਜਨਰੇਟਿਵ ਵਿਆਕਰਨ ਦਾ ਨਾਮ ਦਿੱਤਾ ਹੈ, ਕਿਉਂਕਿ ਇਹਨਾਂ ਨਿਯਮਾਂ ਦਾ ਪ੍ਰਯੋਗ ਕਰਕੇ ਬੱਚੇ ਨਵੇਂ ਵਾਕਾਂ ਦਾ ਨਿਰਮਾਣ ਕਰਨਾ ਸਿੱਖਦੇ ਹਨ ਅਤੇ ਸਫਲ ਵੀ ਹੁੰਦੇ ਨੇ ਉਹ ਨਿਰਮਾਣ ਕਰਨ ਦੇ ਵਿੱਚ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਜਨਰੇਟਿਵ ਵਿਆਕਰਨ ਦੀ ਗੱਲ ਵੀ ਕਰਦਾ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ, ਦੇਖੋ, ਭਾਸ਼ਾ ਦਾ ਅੰਗ ਯਾਨੀ ਕਿ ਮੈਂਟਲ ਔਰਗਨ। ਠੀਕ ਹੈ, ਲੈਂਗੁਏਜ ਔਰਗਨ, ਇੱਦਾਂ ਵਰਡ ਵੀ ਤੁਹਾਨੂੰ ਮਿਲ ਸਕਦਾ ਹੈ। ਠੀਕ ਹੈ, ਤਾਂ ਇਸ ਦੇ ਵਿੱਚ ਡਾਇਰੈਕਟ ਕੁਐਸਚਨ ਬਣੇ ਹੋਏ ਨੇ, ਉਹ ਲਾਸਟ 'ਚ ਆਪਾਂ ਕੁਐਸਚਨ ਵੀ ਕਰਾਂਗੇ। ਦੇਖੋ ਜੀ, ਭਾਸ਼ਾ ਦਾ ਅੰਗ, ਇਹਦੇ ਵਿੱਚ ਇਹ ਕੀ ਆਖਦਾ, ਕਹਿੰਦਾ ਭਾਸ਼ਾ ਅੰਗ ਵਿਕਾਸ ਪ੍ਰਕਿਰਿਆ ਦੁਆਰਾ ਪਰਿਪੱਕ ਹੁੰਦਾ ਹੈ। ਵੀ ਜਿਉਂ ਬੱਚੇ ਦਾ ਵਿਕਾਸ ਹੋਇਆ, ਵਿਕਾਸ ਆਪਾਂ ਮੰਨਦੇ ਹਾਂ ਨਾ ਵੀ ਉਸ ਦੇ ਮਤਲਬ ਗਰਭ ਅਵਸਥਾ ਤੋਂ ਸ਼ੁਰੂ ਹੋ ਗਿਆ, ਵਿਕਾਸ ਹੁੰਦਾ ਚਲਾ ਗਿਆ। ਤਾਂ ਉਹ ਹੁਣ ਬੱਚੇ ਨੇ ਜਨਮ ਲਿਆ, ਤਾਂ ਉਹ ਚੀਕਦਾ ਹੈ, ਚੀਕਾਂ ਮਾਰਦਾ ਹੈ, ਰੋਂਦਾ ਹੈ। ਠੀਕ ਹੈ, ਤਾਂ ਉਹ ਧੁਨੀ ਪੈਦਾ ਕਰਦਾ ਨਾ ਕੋਈ। ਤਾਂ ਹੁਣ ਉਹ ਕੀ ਆਖਦਾ ਹੈ, ਕਹਿੰਦਾ ਜਿਹੜੀਆਂ ਇਹ ਧੁਨੀਆਂ ਬੱਚਾ ਚੀਕਦੇ ਹੋਏ ਸ਼ਬਦ, ਅੱਖਰ, ਧੁਨੀਆਂ ਦੀ ਵਰਤੋਂ ਕਰਦਾ ਹੈ, ਇਹਨਾਂ ਦਾ ਗਿਆਨ ਉਹਨਾਂ ਨੇ ਪਹਿਲਾਂ ਤੋਂ ਹੀ ਵਿਦਮਾਨ ਇਸ ਦੇ ਵਿੱਚ, ਉਹ ਗਿਆਨ ਉਸਨੇ ਪਹਿਲਾਂ ਹੀ ਲੈ ਰੱਖਿਆ ਹੈ, ਅਤੇ ਵਿਕਾਸ ਹੋਈ ਜਾਊਗਾ, ਉਹ ਹੌਲੀ ਹੌਲੀ ਪਰਿਪੱਕ ਹੋਈ ਜਾਊਗਾ। ਠੀਕ ਹੈ, ਇਸ ਤਰ੍ਹਾਂ ਇਹ ਮੈਂਟਲ ਔਰਗਨ, ਲੈਂਗੁਏਜ ਔਰਗਨ ਦੀ ਗੱਲ ਕਰਦਾ ਹੈ। ਇਸ ਤੋਂ ਬਾਅਦ ਹੁਣ ਆਪਾਂ ਕੁਝ MCQ ਡਿਸਕਸ ਕਰਦੇ ਹਾਂ, ਜੋ ਵੱਖ-ਵੱਖ ਪੇਪਰਾਂ ਦੇ ਵਿੱਚ ਪਹਿਲਾਂ ਪੁੱਛੇ ਜਾ ਚੁੱਕੇ ਨੇ। ਠੀਕ ਹੈ, ਨੌਮ ਚੋਮਸਕੀ ਦੇ ਨਾਲ ਰਿਲੇਟਡ ਵਿੱਚ ਬਿਲਕੁਲ ਈਜ਼ੀ ਜਿਹਾ ਟੌਪਿਕ ਸੀ, ਛੋਟਾ ਜਿਹਾ ਟੌਪਿਕ ਸੀ। ਆਪਾਂ ਟੂ ਦਾ ਪੁਆਇੰਟ ਉਹ ਟਰਮ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਤੁਹਾਨੂੰ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਚੋਮਸਕੀ ਦੇ ਅਨੁਸਾਰ ਮਤਲਬ ਕਿਹੜਾ ਕਥਨ ਇਹਨਾਂ 'ਚੋਂ ਸਹੀ ਢੁਕੇਗਾ, ਉਹ ਆਪਾਂ ਨੇ ਦੱਸਣਾ ਹੈਗਾ। ਤਾਂ ਦੇਖੋ ਜੀ, ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਦੇ ਆਧਾਰ 'ਤੇ ਨਿਯਮ ਬਣਾਉਂਦੇ ਹਨ, ਜਾਂ ਫਿਰ ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਅਪਣਾਉਂਦੇ ਹਨ, ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਦਾ ਉਲੰਘਣ ਕਰਦੇ ਨੇ, ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਨੂੰ ਅਸਹਿਜਤਾ ਨਾਲ ਅਪਣਾਉਂਦੇ ਨੇ। ਤਾਂ ਦੇਖੋ ਜੀ, ਇਹ ਤਾਂ ਗੱਲਾਂ ਉਲਟ ਨੇ, ਪਰ ਇਹ ਤੋਂ ਵੀ ਬੈਸਟ, ਸੈਕਿੰਡ ਤੋਂ ਵੀ ਬੈਸਟ ਆਪਣੇ ਕੋਲ ਆਪਸ਼ਨ ਕੀ ਹੈ ਕਿ ਨਿਯਮਾਂ ਨੂੰ ਬਣਾਉਂਦੇ ਨੇ। ਠੀਕ ਹੈ, ਬੱਚੇ ਚੌਗਿਰਦੇ ਵਿੱਚ ਉਪਲਬਧ ਭਾਸ਼ਾ ਦੇ ਆਧਾਰ 'ਤੇ ਨਿਯਮ ਬਣਾਉਂਦੇ ਨੇ। ਉਹੀ ਜਨਰੇਟ ਕਰਨ ਦੀ ਗੱਲ ਸੀ ਨਾ, ਵੀ ਗ੍ਰਾਮਰ, ਜਨਰੇਟਿਵ ਗ੍ਰਾਮਰ ਦੀ ਟਰਮ ਆਪਾਂ ਨੇ ਸਮਝੀ ਸੀ, ਤਾਂ ਉਹੀ ਚੀਜ਼ ਇਸ ਦੇ ਵਿੱਚ ਘੁਮਾ ਫਿਰਾ ਕੇ ਕਹੀ ਗਈ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਪ੍ਰਸ਼ਨ ਨੰਬਰ 2। ਦੂਸਰਾ ਪ੍ਰਸ਼ਨ ਹੈ ਜੀ, ਵਿਕਾਸ ਦਾ ਕਿਹੜਾ ਪਹਿਲੂ ਹੈ ਜਿਹੜਾ, ਠੀਕ ਹੈ, ਕਿਹੜਾ ਐਸਪੈਕਟ ਹੈ ਜਿਹੜਾ ਉਹ ਨੌਮ ਚੋਮਸਕੀ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੈ। ਹੁਣ ਦੇਖੋ, ਤਾਂ ਸਿੰਪਲ ਜੀ ਗੱਲ ਹੈ, ਆਪਾਂ ਲੈਂਗੁਏਜ ਦੀ ਪੈਡਾਗੋਜੀ ਪੜ੍ਹ ਰਹੇ ਹਾਂ, ਹੈ ਨਾ। ਤਾਂ ਲੈਂਗੁਏਜ ਦੀ ਪੈਡਾਗੋਜੀ ਪੜ੍ਹ ਰਹੇ ਹਾਂ। ਇਹ ਟੌਪਿਕ ਆਪਾਂ ਕਿਹੜੇ ਟੌਪਿਕ ਦੇ ਅੰਡਰ ਪੜ੍ਹੇਗਾ, ਜਿਹੜਾ ਲਰਨਿੰਗ ਐਂਡ ਐਕੁਜੀਸ਼ਨ ਸੀ, ਹੈ ਨਾ, ਲੈਂਗੁਏਜ ਨਾਲ ਰਿਲੇਟਡ ਸੀ। ਤਾਂ ਲੈਂਗੁਏਜ ਐਕੁਜੀਸ਼ਨ ਦੀ ਗੱਲ ਕੀਤੀ ਸੀ ਇਸਨੇ। ਤਾਂ ਸਿੰਪਲ ਜੀ ਗੱਲ ਹੈ, ਇਹ ਕਾਹਦੀ ਗੱਲ ਕਰੂਗਾ, ਲੈਂਗੁਏਜ ਡਿਵੈਲਪਮੈਂਟ ਦੀ ਗੱਲ ਕਰੂਗਾ। ਆਪਸ਼ਨ ਫਸਟ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਠੀਕ ਹੈ ਜੀ, ਤਾਂ ਲੈਂਗੁਏਜ ਡਿਵੈਲਪਮੈਂਟ ਦੇ ਵਿੱਚ ਨੌਮ ਚੋਮਸਕੀ ਦਾ ਇੱਕ ਵੱਡਾ ਯੋਗਦਾਨ ਹੈ। ਸ਼ਾਇਦ ਤਾਂ ਹੀ ਇੰਗਲਿਸ਼ ਹੋਵੇ, ਪੰਜਾਬੀ ਹੋਵੇ, ਹਿੰਦੀ ਹੋਵੇ,
ਸਾਰੀਆਂ ਭਾਸ਼ਾਵਾਂ ਦੀ ਪੈਡਾਗੋਜੀ ਦੇ ਵਿੱਚ ਨੋਮ ਚੋਮਸਕੀ ਨੂੰ ਯਾਦ ਕਰ ਲਿਆ ਜਾਂਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਨੈਕਸਟ ਪ੍ਰਸ਼ਨ ਨੂੰ ਸਮਝਦੇ ਹਾਂ ਜੀ। ਦੇਖੋ ਸਿੰਪਲ ਟੂ ਦਾ ਪੁਆਇੰਟ ਗੱਲਾਂ ਜੋ ਆਪਾਂ ਨੇ ਕੀਤੀਆਂ ਨੇ ਉੱਥੇ ਤੋਂ ਹੀ ਕੁਐਸਚਨ ਬਣਦੇ ਨੇ। ਇਹ ਕੁਐਸਚਨ ਪਹਿਲਾਂ ਪੇਪਰਾਂ ਦੇ ਵਿੱਚ ਆ ਚੁੱਕੇ ਨੇ। ਅੰਦਰੂਨੀ ਯੋਗਤਾ ਯਾਨੀ ਕਿ ਇਨੇਟਿਬਿਲਿਟੀ ਦਾ ਸੰਕਲਪ ਕਿਸ ਨੇ ਦਿੱਤਾ? ਜਾਂ ਤੁਹਾਨੂੰ ਇਹ ਕੁਐਸਚਨ ਇੱਦਾਂ ਵੀ ਮੋਡੀਫਾਈ ਕਰਕੇ ਪੁੱਛ ਸਕਦੇ ਨੇ, ਭਾਸ਼ਾ ਬਾਰੇ ਇਨੇਟਿਬਿਲਿਟੀ ਦੀ ਗੱਲ ਕੌਣ ਕਰਦਾ ਹੈ? ਮਤਲਬ ਕਿ ਕੁਐਸਚਨ ਕਿਵੇਂ ਵੀ ਘੁਮਾਇਆ ਜਾ ਸਕਦਾ ਹੈ। ਸਿੰਪਲ ਜਿਹਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਫਸਟ ਹੋ ਜਾਵੇਗਾ, ਚੋਮਸਕੀ ਇਸ ਚੀਜ਼ ਦੀ ਗੱਲ ਕਰਦਾ ਹੈ। ਇਸ ਤੋਂ ਬਿਨਾਂ ਟੈਨਸ਼ਨ ਲਓ, ਪਿਆਜ਼ੀ ਹੋਇਆ, ਵਾਈਗੋਟਸਕੀ ਹੋਇਆ, ਤਾਂ ਇਹਨਾਂ ਸਾਰਿਆਂ ਨੂੰ ਆਪਾਂ ਇੱਕ ਇੱਕ ਕਰਕੇ, ਠੀਕ ਹੈ, ਬਿਲਕੁਲ ਛੋਟੀਆਂ ਛੋਟੀਆਂ ਵੀਡੀਓਜ਼ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਸਮਝ ਲੈਣਾਗਾ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇਸ ਦੇ ਵਿੱਚ ਫਸਟ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4। ਇਹ ਕੁਐਸਚਨ ਮੈਂ ਇੰਗਲਿਸ਼ ਦੇ ਵਿੱਚ ਹੀ ਚੱਕ ਲਈ ਕਿਉਂਕਿ ਇੰਗਲਿਸ਼ ਦੇ ਵਿੱਚ ਪੁੱਛੇ ਗਏ ਸੀ, ਇੰਗਲਿਸ਼ ਪੈਡਾਗੋਜੀ ਦੇ ਵਿੱਚ ਪੁੱਛੇ ਗਏ ਸੀ, ਪਰ ਵੀ ਉਹਦੇ ਵਿੱਚ ਮੈਂ ਟਰਾਂਸਲੇਟ ਕਰਦਾ ਤਾਂ ਉਹ ਹੋਰ ਹੀ ਗੱਲ ਜੀ ਬਣ ਜਾਂਦੀ, ਉਹ ਇੰਨਾ ਸੈਂਸ ਜਿਹਾ ਨਹੀਂ ਰਹਿੰਦਾ। ਠੀਕ ਹੈ, ਕੁਝ ਕੁਐਸਚਨ ਹੋ ਵੀ ਜਾਂਦੇ ਨੇ ਟਰਾਂਸਲੇਟ, ਪਰ ਕੁਝ ਤਾਂ ਉਹ ਸਵਾਦ ਜਿਹਾ ਨਹੀਂ ਆਉਂਦਾ ਫਿਰ। ਠੀਕ ਹੈ, ਤਾਂ ਦੇਖੋ ਜੀ ਕੁਐਸਚਨ, ਐਜ਼ ਪਰ ਨੋਮ ਚੋਮਸਕੀ ਦੀ ਥਿਊਰੀ ਦੇ ਅਨੁਸਾਰ ਦਾ ਰੋਲ ਆਫ ਲੈਂਗੁਏਜ ਐਕੁਜੀਸ਼ਨ ਡਿਵਾਈਸਿਸ, ਜਿਹੜਾ LAD ਹੈ ਲੈਂਗੁਏਜ ਐਕੁਜੀਸ਼ਨ ਡਿਵਾਈਸਿਸ ਦਾ ਕੀ ਰੋਲ ਹੈ? ਇਸ ਤਰ੍ਹਾਂ ਦੇ ਕੁਐਸਚਨ ਜਦੋਂ ਪੇਪਰ 'ਚ ਆ ਜਾਣਾ ਤੁਹਾਡਾ ਇਹ ਨੰਬਰ ਦਾ ਇੱਥੇ ਤੋਂ ਕਲੀਅਰ ਹੋ ਗਿਆ, ਇਹਦੀ ਤੁਹਾਨੂੰ ਟੈਨਸ਼ਨ ਮੁੱਕ ਜਾਂਦੀ ਪੇਪਰ 'ਚ। ਇਹ ਚੀਜ਼ ਨਹੀਂ ਤੁਹਾਨੂੰ ਯਾਦ ਰੱਖਣੀ ਪੈਂਦੀ। ਇਹ ਦੇਖੋ ਇਸ ਦੀ ਫੁੱਲ ਫਾਰਮ ਇੱਥੇ ਲਿਖੀ ਪਈ ਹੈ। ਠੀਕ ਹੈ ਜੀ। ਤਾਂ ਦੇਖੋ, ਇਮੀਟੇਟ ਦਾ ਲੈਂਗੁਏਜ ਆਫ ਅਡਲਟਸ, ਲਰਨ ਲੈਂਗੁਏਜ ਇਨ ਫਾਰਮਲ ਸਕੂਲ, ਜਾਂ ਫਿਰ ਜਨਰੇਟ ਗ੍ਰਾਮਰ ਰੂਲ, ਜਾਂ ਫਿਰ ਮੈਮੋਰਾਈਜ਼ ਗ੍ਰਾਮਰ ਰੂਲ। ਮੈਮੋਰਾਈਜ਼ ਤਾਂ ਨੈਗੇਟਿਵ ਚੀਜ਼ ਹੈ। ਠੀਕ ਹੈ, ਅਤੇ ਨਕਲ ਵੀ ਨਹੀਂ, ਦੀ ਵੀ ਨਹੀਂ ਗੱਲ ਕਰਦਾ। ਫਾਰਮਲ ਸਕੂਲ ਦੇ ਵਿੱਚ ਵੀ ਨਹੀਂ ਇਹ ਲੈਂਗੁਏਜ ਲਰਨ ਦੀ ਗੱਲ ਕਰਦਾ। ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ LAD ਦਾ ਕਾਹਦੇ ਨਾਲ ਸੰਬੰਧ ਜੋੜਦਾ ਇਹ, ਕਿ ਇਹ ਕਿ ਜਨਰੇਟ ਗ੍ਰਾਮਰ ਰੂਲਸ, ਗ੍ਰਾਮਰ ਦੇ ਰੂਲਾਂ ਨੂੰ ਜਨਰੇਟ ਕਰਦਾ ਹੈ, ਸੰਰਚਨਾਵਾਂ ਨੂੰ ਇਨਕੋਡ ਕਰਦਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ C ਆਪਸ਼ਨ ਸਾਡਾ ਇਸ 'ਤੇ ਦੋਸਤੋ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 5। ਵੀ ਕੈਨ ਥਿੰਕ ਆਫ ਲੈਂਗੁਏਜ ਐਜ਼ ਵਨ ਆਫ ਮੈਂਟਲ ਔਰਗਨ। ਤਾਂ ਇਹ ਕੀ ਆਖਦਾ ਹੈ? ਦੇਖੋ ਇਹ ਕੁਐਸਚਨ ਇੱਦਾਂ ਹੀ ਇੰਗਲਿਸ਼ ਪੈਡਾਗੋਜੀ ਦੇ ਵਿੱਚ ਪੁੱਛਿਆ ਗਿਆ ਸੀ। ਠੀਕ ਹੈ, ਵੀ ਕੈਨ ਥਿੰਕ ਆਫ ਲੈਂਗੁਏਜ ਐਜ਼ ਵਨ ਆਫ ਮੈਂਟਲ ਔਰਗਨ ਵਿਚ ਇਨ ਕੋਆਰਡੀਨੇਸ਼ਨ ਵਿਦ ਅਦਰ ਮੈਂਟਲ ਔਰਗਨਸ। ਜਿਹੜੇ ਆਪਣੇ ਭਾਸ਼ਾ ਮੈਂਟਲ ਔਰਗਨ ਨੇ ਹੈ ਨਾ, ਉਹਨਾਂ ਦੇ ਨਾਲ ਸੰਬੰਧ ਹੈ, ਉਹਨਾਂ ਦੀ ਕੋਆਰਡੀਨੇਸ਼ਨ ਇਸ ਦੇ ਵਿੱਚ ਹੁੰਦੀ ਹੈ ਨਾ। ਜਦੋਂ ਆਪਾਂ ਲੈਂਗੁਏਜ ਦਾ ਜਿਹੜਾ ਭਾਸ਼ਾ ਅੰਗ ਪੜ੍ਹਿਆ ਸੀ ਨਾ ਆਪਾਂ, ਲੈਂਗੁਏਜ ਭਾਸ਼ਾ ਅੰਗ, ਉਸ ਦੀ ਕੋਆਰਡੀਨੇਸ਼ਨ ਬਾਕੀਆਂ ਦੇ ਨਾਲ ਹੈ, ਬਾਕੀ ਮੈਂਟਲ ਔਰਗਨ ਨੇ ਜਿਹੜੇ। ਕੈਰੀਜ਼ ਆਊਟ ਕੋਗਨੀਟਿਵ ਪ੍ਰੋਸੈਸ, ਇਟ ਇਜ਼ ਐਟਰੀਬਿਊਟੇਬਲ ਟੂ। ਇਹ ਮਤਲਬ ਕਿਸ ਨਾਲ ਰਿਲੇਟ ਆਪਾਂ ਕਰਾਂਗੇ? ਦੱਸੋ ਜੀ। ਨੋਮ ਚੋਮਸਕੀ ਫਸਟ ਆਪਸ਼ਨ ਦੇ ਵਿੱਚ ਲਿਖਿਆ ਪਿਆ ਹੈ, ਤਾਂ ਨੋਮ ਚੋਮਸਕੀ ਹੀ ਆਪਣਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਇਹ ਆਪਸ਼ਨ ਬੈਸਟ ਆਨਸਰ ਹੋਏਗਾ। ਇਸ ਤੋਂ ਬਾਅਦ ਹੈ ਜੀ ਕੁਐਸਚਨ ਨੰਬਰ 6। ਹੂ ਕਲੇਮਡ ਲੈਂਗੁਏਜ ਐਜ਼ ਏ ਮੈਂਟਲ ਔਰਗਨ। ਲਓ, ਇਹ ਤਾਂ ਆਪਾਂ ਹੁਣ ਕਿੰਨਾ ਹੈ ਨਾ ਚੀਖ ਕੇ ਤੁਹਾਨੂੰ ਸਮਝਾਇਆ ਮੈਂਟਲ ਔਰਗਨ ਦੀ ਗੱਲ ਨੋਮ ਚੋਮਸਕੀ ਕਰਦਾ ਹੈ। ਕਿਹਨੇ ਦਾਅਵਾ ਕੀਤਾ ਇਸ ਦਾ? ਕਲੇਮ ਕਿਸ ਨੇ ਕੀਤਾ ਲੈਂਗੁਏਜ ਨੂੰ ਐਜ਼ ਏ ਮੈਂਟਲ ਔਰਗਨ? ਨੋਮ ਚੋਮਸਕੀ ਨੇ। ਫਸਟ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਦੋਸਤੋ ਆਪਣੇ ਇਹ ਅੱਜ ਦੇ ਜੋ ਕੁਐਸਚਨ ਸੀ ਕੰਪਲੀਟ ਹੁੰਦੇ ਨੇ। ਕਲਾਸ ਬਿਲਕੁਲ ਨਿੱਕੀ ਜਿਹੀ ਸੀ। ਤੁਸੀਂ ਕੀ ਕਰਨਾ ਜੀ, ਸਟੱਡੀ ਫਾਈਟਰ ਨੂੰ ਕਰ ਲੈਣਾ ਸਬਸਕ੍ਰਾਈਬ ਅਲੱਗ-ਅਲੱਗ ਪਲੇਟਫਾਰਮਸ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਇਸ ਤੋਂ ਬਿਨਾਂ ਟੈਲੀਗ੍ਰਾਮ ਦੇ ਉੱਤੇ ਜੁਆਇਨ ਕਰੋ, WhatsApp ਦੇ ਉੱਤੇ ਜੁਆਇਨ ਕਰ ਲਓ। ਠੀਕ ਹੈ, ਅਤੇ YouTube ਦੇ ਉੱਤੇ ਤੁਸੀਂ ਸਬਸਕ੍ਰਾਈਬ ਵਗੈਰਾ ਕਰ ਹੀ ਲਿਏਗਾ। ਤਾਂ ਥੈਂਕ ਯੂ ਸੋ ਮਚ।